ਤੁਸੀਂ ਵੇਖ ਰਹੇ ਹੋ ਵਰਲਡ ਨਿਊਜ਼। ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਕੀ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਲੀਫੋਰਨੀਆ ਦੇ ਕਈ ਇਲਾਕਿਆਂ ਵਿੱਚ ਜੰਗਲੀ ਅੱਗ ਨੇ ਮਚਾਈ ਤਬਾਹੀ। 1 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ। ਕਈ ਮੌਤਾਂ ਸਮੇਤ ਅਰਬਾਂ ਦਾ ਹੋਇਆ ਨੁਕਸਾਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਖਾਸ ਐਲਾਨ। ਫੈਡਰਲ ਸਰਕਾਰ ਵੱਲੋਂ ਮਿਊਨਿਸਪੈਲਿਟੀਜ਼ ਨੂੰ ਦਿੱਤੇ ਜਾਣਗੇ $500 ਮਿਲੀਅਨ। ਨਵੇਂ ਫੰਡ ਨਾਲ ਬਣਾਏ ਜਾਣਗੇ 3000 ਨਵੇਂ ਸਥਾਈ ਰਿਹਾਇਸ਼ੀ ਯੂਨਿਟਸ। ਨਿਊ ਸਾਊਥ ਵੇਲਜ਼ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾਇਆ ਗਿਆ ਸਕੂਲ। ਆਸਟ੍ਰੇਲੀਆਈ ਪੁਲਿਸ ਅਤੇ ਹੋਰ ਅਥਾਰਟੀਜ਼ ਮਿਲ ਕੇ ਜਾਂਚ ਵਿੱਚ ਜੁਟੀਆਂ। ਅਤੇ ਟੋਰਾਂਟੋ ਵਿੱਚ ਕਾਉਂਸਲੇਟ ਦਫ਼ਤਰ ਵੱਲੋਂ ਦਿੱਤੇ ਜਾਣਗੇ ਪੈਨਸ਼ਨਰਸ ਨੂੰ ਲਾਈਫ ਸਰਟੀਫਿਕੇਟ। GTA ਵਿੱਚ ਸਰਟੀਫਿਕੇਟ ਦੇਣ ਲਈ ਲਗਾਏ ਜਾ ਰਹੇ ਨੇ ਖਾਸ ਕੈਂਪ। ਤੇ ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼। ਇਸ ਸਮੇਂ ਅਮਰੀਕਾ 2 ਕੁਦਰਤੀ ਆਫਤਾਵਾਂ ਯਾਨੀ ਕਿ ਕੋਰੋਨਾ ਵਾਇਰਸ ਅਤੇ ਫਿਰ ਜੰਗਲੀ ਅੱਗ ਨਾਲ ਜੂਝਦਾ ਵਿਖਾਈ ਦੇ ਰਿਹਾ ਹੈ। ਜਿਹਾਂ ਕੈਲੀਫੋਰਨੀਆ ਦੇ ਕੁਝ ਖੇਤਰਾਂ ਵਿੱਚ ਜੰਗਲੀ ਅੱਗ ਨੇ ਬਹੁਤ ਤਬਾਹੀ ਮਚਾ ਦਿੱਤੀ ਹੈ, ਜਿਸ ਕਰਕੇ ਲਗਭਗ 1 ਲੱਖ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਜਾਣ ਦਾ ਹੁਕਮ ਦੇਣਾ ਪਿਆ। ਬੀਤੇ ਦਿਨੀ ਲੱਗੀ ਅੱਗ ਬਹੁਤ ਤੇਜ਼ੀ ਨਾਲ ਤਕਰੀਬਨ 4000 ਏਕੜ ਵਿੱਚ ਫੈਲ ਗਈ। ਅੱਗ ਨੇ 2 ਘੰਟਿਆਂ ਦੇ ਅੰਦਰ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫਿਰ ਸਿਲਵਰਾਡੋ ਘਾਟੀ ਵਿੱਚ ਹਜ਼ਾਰਾਂ ਘਰਾਂ ਵਿੱਚ ਇਹ ਅੱਗ ਵੱਧਦੀ ਚਲੀ ਗਈ। ਇਸ ਬਾਰੇ ਅੱਗ ਬੁਝਾਓ ਅਮਲੇ ਦਾ ਕਹਿਣਾ ਹੈ ਕਿ ਲਾਸ ਐਂਜਲਸ ਤੋਂ ਤਕਰੀਬਨ 40 ਮੀਲ ਦੱਖਣ ਪੂਰਬ ਵਿੱਚ ਇਰਵਿਨ ਸ਼ਹਿਰ ਵਿੱਚ ਲਗਭਗ 20000 ਘਰ ਖਾਲੀ ਕਰਵਾ ਲਏ ਗਏ ਨੇ। ਇਸ ਖੇਤਰ ਵਿੱਚ ਲੱਗੀ ਅੱਗ ਦੇ ਭੜਕਣ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਸੱਚਮੁੱਚ ਹੀ ਬਿਜਲੀ ਉਪਕਰਨਾਂ ਦਾ ਕਾਰਨ ਹੈ ਜਾਂ ਫਿਰ ਕੁਝ ਹੋਰ। ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਅਮਲੇ ਦੇ ਤਕਰੀਬਨ 1800 ਮੈਂਬਰਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ 2 ਮੈਂਬਰ ਜ਼ਖਮੀ ਵੀ ਹੋਏ ਨੇ। ਸੂਬੇ ਭਰ ਵਿੱਚ ਬਿਜਲੀ ਕੰਪਨੀਆਂ ਨੇ ਸ਼ਕਤੀਸ਼ਾਲੀ ਹਵਾਵਾਂ ਅਤੇ ਖੁਸ਼ਕ ਮੌਸਮ ਵਿੱਚ ਜੰਗਲੀ ਅੱਗ ਦੇ ਭੜਕਣ ਕਾਰਨ ਉਪਕਰਨਾਂ ਨੂੰ ਰੋਕਣ ਲਈ ਬਿਜਲੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਤਕਰੀਬਨ 3 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋਣਾ ਪਿਆ। ਇਸ ਸਾਲ ਸੂਬੇ ਨੇ 8600 ਤੋਂ ਵੱਧ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ, ਜਿਨ੍ਹਾਂ ਨੇ ਰਿਕਾਰਡ 6400 ਵਰਗ ਮੀਲ ਤੱਕ ਖੇਤਰ ਝੁਲਸਾ ਦਿੱਤਾ, ਜਿਸ ਦੇ ਚਲਦਿਆਂ ਲਗਭਗ 9200 ਘਰਾਂ, ਕਾਰੋਬਾਰਾਂ ਅਤੇ ਹੋਰ ਢਾਂਚਿਆਂ ਨੂੰ ਤਬਾਹ ਅੱਗ ਨੇ ਨੁਕਸਾਨ ਪਹੁੰਚਾਇਆ, ਜਦਕਿ ਅੱਗ ਨਾਲ ਇੱਥੇ 31 ਮੌਤਾਂ ਵੀ ਹੋ ਚੁੱਕੀਆਂ ਨੇ। The Silverado fire is at an estimated 12,600 acres with a 5% containment. Additionally, we'd like to let you know that the Orange County Fire Authority has authorized the repopulation of a large portion of the city of Irvine. Everything south of the Portola Parkway and west of the 133 Tail Road. Other areas where the evacuation orders remain in place, all areas north of Portola and the Great Park area east of 133 Toll Road and north of Great Park Boulevard. The Silverado and Blue Ridge fires continue to burn in areas including Irvine, Lake Forest, Yorba Linda, Chino Hills, and Brea. Today, additional resources have been assigned to both fires, including firefighters, dozers, and as you can see, air support. We didn't have that yesterday. We're blessed to have that today. There are more than 1,800 firefighters on the fire line with 14 helicopters assisting in the air. We've also had several fixed-wing aircraft probably retardant on both fires. Command of the fires is being handled right now by the Orange County Fire Authority Incident Management Team and will continue to do so until this evening when we will be transitioning to CAL FIRE Incident Management Team 6. I just wanted to say thank you so much to the Orange County Sheriff's Department and also the OCFA, the Fire Authority. They've been working tremendously hard, and I'm with great comfort that they are taking care of us and we're all under their protection. Please also join me in sending your prayers to the 2 firefighters that are in critical condition right now. Nothing brings us more sadness to me and my city council colleagues than the threat of wildfire on our residents and their homes. I am just so thankful for our OCFA and the Sheriff's Department for working so diligently. ਪੱਛਮੀ ਫਿਲਾਡੈਲਫੀਆ ਵਿੱਚ 2 ਪੁਲਿਸ ਮੁਲਾਜ਼ਮਾਂ ਨੇ ਚਾਕੂ ਨਾਲ ਲੈਸ ਵਾਲਟਰ ਵਾਲਸ ਨਾਂ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਫਿਰ ਇਸ ਤੋਂ ਬਾਅਦ ਹੁਣ ਫਿਲਾਡੈਲਫੀਆ ਵਿੱਚ ਕਾਫੀ ਤਣਾਅ ਵੇਖਿਆ ਜਾ ਰਿਹਾ ਹੈ। ਪੁਲਿਸ ਨੇ 7 ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਨੂੰ ਕਿਹਾ ਹੈ। ਪੁਲਿਸ ਦੀ ਗੋਲੀ ਵਾਲਸ ਦੇ ਮੋਢੇ ਅਤੇ ਛਾਤੀ ਵਿੱਚ ਲੱਗੀ ਸੀ। ਇਸ ਘਟਨਾ ਤੋਂ ਬਾਅਦ ਫਿਲਾਡੈਲਫੀਆ ਵਿੱਚ ਤਣਾਅ ਕਾਫੀ ਵੱਧ ਗਿਆ ਅਤੇ ਫਿਰ ਲੋਕ ਪ੍ਰਦਰਸ਼ਨਾਂ ਲਈ ਸੜਕਾਂ ਤੇ ਉਤਰ ਆਏ ਨੇ, ਜਦਕਿ ਵਾਲਸ ਦੇ ਪਰਿਵਾਰ ਨੇ ਮ੍ਰਿਤਕ ਦੇ ਸਨਮਾਨ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ। गौरतलब है कि पुलिस वालों की गई गोलीबारी दौरान वाल्टर वालेस की मौत होने तो बाद प्रदर्शनकारी सड़कों से उतरे और फिर सड़कों से हिंसा बढ़ती चली गई।
ਜਿਸ ਵਿੱਚ 30 ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਏ ਅਤੇ ਦਰਜਨਾਂ ਗ੍ਰਿਫਤਾਰੀਆਂ ਵੀ ਹੋਈਆਂ। ਬੀਤੇ ਦਿਨੇ ਵੀ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਜਾਰੀ ਰਹੀ, ਜਦਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਅਧਿਕਾਰੀਆਂ ਤੇ ਪੱਥਰਬਾਜ਼ੀ ਵੀ ਕੀਤੀ ਗਈ। ਪਿਛਲੇ 2 ਦਿਨਾਂ ਵਿੱਚ ਸ਼ਹਿਰ ਵਿੱਚ ਕਈ ਦੁਕਾਨਾਂ ਲੁੱਟੀਆਂ ਗਈਆਂ ਨੇ। ਪੁਲਿਸ ਨਾਲ ਹੋਏ ਟਕਰਾਅ ਦੌਰਾਨ ਮਾਰੇ ਗਏ 27 ਸਾਲਾਂ ਦੇ ਗੈਰ ਗੋਰੇ ਵਾਲਿਸ ਦੇ ਬਾਰੇ ਵਿੱਚ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਾਈਪੋਲਰ ਬਿਮਾਰੀ ਨਾਲ ਜੂਝ ਰਿਹਾ ਸੀ ਅਤੇ ਜਿਸ ਵੇਲੇ ਪੁਲਿਸ ਨੇ ਉਸ ਤੇ ਗੋਲੀ ਚਲਾਈ ਉਸ ਸਮੇਂ ਵੀ ਉਹ ਬੇहद ਪਰੇਸ਼ਾਨ ਸੀ। I hope people show my family and the city some kind of respect, because I like me, I ain't got time to loot and burn up and destroy where I live. It's uncalled for. They not helping me and my family. I was telling the police to stop. Don't shoot my son. Please don't shoot my son. Every time I close my eyes, I get flashback about multiple shots. I'm here to listen. I don't have answers for what happened today. It just happened. The types of calls that we're required to respond to in today's climate, we have to adapt our training along with that. ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਮਿਊਨਿਸਪੈਲਿਟੀਜ਼ ਨੂੰ ਲੰਮੇ ਸਮੇਂ ਤੱਕ ਮਕਾਨ ਬਣਾਉਣ ਲਈ $500 ਮਿਲੀਅਨ ਪ੍ਰਦਾਨ ਕਰਨ ਜਾ ਰਹੀ ਹੈ। ਜੀ ਹਾਂ, ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਇਸ ਫੰਡ ਨਾਲ ਤਕਰੀਬਨ 3000 ਨਵੇਂ ਸਥਾਈ ਕਿਫਾਇਤੀ ਰਿਹਾਇਸ਼ੀ ਯੂਨਿਟਸ ਬਣਾਏ ਜਾ ਰਹੇ ਨੇ ਜੋ ਸਰਕਾਰ ਦੇ $1 ਅਰਬ ਦੇ ਪਲਾਨ ਦਾ ਹੀ ਹਿੱਸਾ ਹੋਣਗੇ। Last month, Minister Hussein announced an investment of $1 billion for the new Rapid Housing Initiative. The goal of the program is to give the most vulnerable a safe place to live by quickly creating up to 3,000 new affordable housing units. Today, I can share more details about how this funding will be used. The Rapid Housing Initiative will be equally split between the major cities stream and the projects stream. Right now, our largest cities face a growing need for safe and affordable housing. We're investing $500 million for immediate support to build long-term housing for municipalities that have the highest demand. We've also opened up applications for the second half of funding through the projects stream. Today's announcement is part of our commitment to eliminate chronic homelessness in Canada, as we announced in the throne speech, while also creating good jobs in the housing and construction sectors. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਅਧਿਐਨ ਕਰਨ ਲਈ ਹਾਊਸ ਆਫ ਕਾਮਨਸ ਦੀ ਹੈਲਥ ਕਮੇਟੀ ਨੂੰ ਸਰਕਾਰ ਵੱਲੋਂ ਜਿੰਨਾ ਸੰਭਵ ਹੋ ਸਕੇਗਾ ਜਾਣਕਾਰੀ ਜ਼ਰੂਰ ਮੁਹੱਈਆ ਕਰਵਾਈ ਜਾਏਗੀ। ਪਰ ਇਸ ਗੱਲ ਦੀ ਵੀ ਇੱਕ ਹੱਦ ਹੋਏਗੀ ਕਿ ਉਸ ਵਿੱਚੋਂ ਕਿੰਨੀ ਜਾਣਕਾਰੀ ਉਜਾਗਰ ਕੀਤੀ ਜਾਂਦੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਗਏ ਮਤੇ ਦੇ ਸੰਬੰਧ ਵਿੱਚ ਕਈ ਅਹਿਮ ਪ੍ਰਾਈਵੇਟ ਸੈਕਟਰ ਵੱਲੋਂ ਇਹ ਚਿੰਤਾ ਜ਼ਾਹਰ ਕੀਤੀ ਗਈ ਸੀ ਕਿ ਉਹਨਾਂ ਦੀ ਗੁਪਤ ਅਤੇ ਫਿਰ ਸੰਵੇਦਨਸ਼ੀਲ ਜਾਣਕਾਰੀ ਜਗਜ਼ਾਰ ਹੋਣ ਦਾ ਡਰ ਹੈ। ਜਸਟਿਨ ਟਰੂਡੋ ਦਾ ਇਹ ਵੀ ਕਹਿਣਾ ਹੈ ਕਿ ਉਹ ਕੈਨੇਡਾ ਦੇ ਲੋਕਾਂ ਨੂੰ ਖਤਰੇ ਵਿੱਚ ਪਾਏ ਬਿਨਾਂ ਜਿੰਨਾ ਪਾਰਦਰਸ਼ੀ ਹੋ ਸਕਿਆ ਰਹਿਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦੇ ਸਟੇਕ ਹੋਲਡਰਸ ਦੀਆਂ ਚਿੰਤਾਵਾਂ ਦੇ ਬਾਵਜੂਦ ਸਾਰੀਆਂ ਪਾਰਟੀਆਂ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲਿਆਂਦੇ ਗਏ ਇਸ ਮਤੇ ਨੂੰ ਪਾਸ ਕੀਤਾ ਗਿਆ ਕਿ ਕੋਵਿਡ-19 ਬਾਰੇ ਫੈਡਰਲ ਸਰਕਾਰ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਹੋਣਾ ਚਾਹੀਦਾ ਹੈ ਅਤੇ ਸੰਬੰਧਤ ਧਿਰ ਦੀ ਜਵਾਬਦਾਹੀ ਵੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਐਨਡੀਪੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਨਾਲ ਲੱਗ ਰਿਹਾ ਕਿ ਲਿਬਰਲ ਆਗੂ ਆਪਣੀ ਜਵਾਬਦੇਹੀ ਤੈਅ ਕੀਤੇ ਜਾਣ ਤੋਂ ਡਰਦੇ ਨੇ। ਇਹ ਬਿਲਕੁਲ ਸਧਾਰਨ ਗੱਲ ਹੈ ਕਿ ਵਿਰੋਧੀ ਧਿਰ ਇਹ ਜਾਣਨ ਦਾ ਹੱਕ ਰੱਖਦੀ ਹੈ ਕਿ ਕੀ ਕੈਨੇਡਾ ਦੇ ਲੋਕਾਂ ਦੇ ਪੈਸੇ ਦਾ ਉਹਨਾਂ ਨੂੰ ਪੂਰਾ ਮੁੱਲ ਮੁੜ ਵੀ ਰਿਹਾ ਜਾਂ ਨਹੀਂ। ਅਜਿਹੇ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਨੇ। ਫੈਡਰਲ ਸਿਹਤ ਮੰਤਰੀ ਪੈਟੀ ਹਾਸ਼ਟੂ ਨੇ ਪ੍ਰਸ਼ਨ ਕਾਲ ਤੋਂ ਬਾਅਦ ਪਾਰਲੀਮੈਂਟ ਹਿੱਲ ਵਿੱਚ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਕੋਵਿਡ-19 ਟੈਸਟਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਕੋਵਿਡ-19 ਦੇ ਪ੍ਰਬੰਧਾਂ ਬਾਰੇ ਜੁੜੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜ਼ਿਕਰਯੋਗ ਹੈ ਕਿ ਦਸਤਾਵੇਜ਼ਾਂ ਸੰਬੰਧੀ ਮਤਾ ਕੰਜ਼ਰਵੇਟਿਵ ਪਾਰਟੀ ਵੱਲੋਂ ਹੀ ਜਾਰੀ ਕੀਤਾ ਗਿਆ ਸੀ। The province and territory and the demand that they're having for testing, but generally speaking, these tests still require clinical applications. So people will still need to visit a testing center or a pharmacy. Some provinces and territories may choose to deploy some of these rapid tests in areas where they want to test more frequently, like in long-term
care homes or other congregate living settings. Some may want to use them in other facilities where there are vulnerable people. And so really, it'll depend on the province and territory. Right now, each province and territory is, divining their own guidance based on their own outbreak situation and their own perspective about how to use those tests most efficiently. ਬਰੈਂਪਟਨ ਦੀਆਂ ਹੈਲਥ ਕੇਅਰ ਲੋੜਾਂ ਦੇ ਸਮਰਥਨ ਵਿੱਚ ontario ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਸਿਟੀ ਆਫ ਬਰੈਂਪਟਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬਰੈਂਪਟਨ ਦੇ ਹੈਲਥ ਕੇਅਰ ਸਿਸਟਮ ਵਿੱਚ ਅਹਿਮ ਨਿਵੇਸ਼ ਲਈ ਕੀਤੇ ਗਏ ਐਲਾਨ ਸਮੇਂ ਪ੍ਰੀਮੀਅਰ ਡਗ ਫੋਰਡ, ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਐਸੋਸੀਏਟ ਮੰਤਰੀ ਤੇ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਵਨੀਤ, ਸਰਕਾਰੀਆ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾਕਟਰ ਨਵੀਦ ਮੁਹੰਮਦ ਨਾਲ ਮੇਅਰ ਪੈਟਰਿਕ ਬਰਾਊਨ ਵੀ ਸ਼ਾਮਲ ਹੋਏ। ਇਸ ਦੌਰਾਨ ਵਿਲੀਅਮ ਔਸਲਰ ਹੈਲਥ ਸਿਸਟਮ ਨੂੰ 87 ਨਵੇਂ ਬੈੱਡ ਮਿਲਣਗੇ, ਜਿਸ ਨਾਲ ਹਸਪਤਾਲ ਦੀ ਸਮਰੱਥਾ ਵਧੇਗੀ ਤੇ ਫਿਰ ਉਡੀਕ ਸਮੇਂ ਵਿੱਚ ਕਮੀ ਆਏਗੀ ਅਤੇ ਬਰੈਂਪਟਨ ਸਿਵਿਕ ਹਸਪਤਾਲ ਨੂੰ ਵੀ 41 ਬੈੱਡ ਦਿੱਤੇ ਜਾਣਗੇ। ontario ਸਰਕਾਰ ਪ੍ਰੋਵਿੰਸ ਭਰ ਦੇ ਹਸਪਤਾਲਾਂ ਦੇ ਬਦਲਵੀਆਂ ਹੈਲਥ ਫੈਸਿਲਿਟੀਜ਼ ਵਿੱਚ ਵਾਧੂ ਬੈੱਡ ਜੋੜਨ ਲਈ ਆਪਣੇ $2.8 ਬਿਲੀਅਨ ਦੇ ਕੋਵਿਡ-19 ਸੰਬੰਧੀ ਪਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੋਵਿੰਸ ਮੁਤਾਬਕ ਜੇ ਵਧੇਰੇ ਬੈੱਡਸ ਉਪਲਬਧ ਹੋਣਗੇ ਤਾਂ ਉਸ ਦਾ ਸਰਜੀਕਲ ਬੈਕਲੌਗ ਖਤਮ ਹੋਏਗਾ ਅਤੇ ਫਿਰ ਕੋਵਿਡ-19 ਦੌਰਾਨ ਹੈਲਥ ਕੇਅਰ ਵਿੱਚ ਸੁਧਾਰ ਹੋਏਗਾ। ਗੌਰਤਲਬ ਹੈ ਕਿ ਦਸੰਬਰ 2019 ਵਿੱਚ ਕਾਉਂਸਲ ਨੇ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਬਰੈਂਪਟਨ ਦੇ ਹੈਲਥ ਕੇਅਰ ਸਿਸਟਮ ਵਿੱਚ ਵਿਲੱਖਣ ਅਤੇ ਜ਼ਰੂਰੀ ਲੋੜਾਂ ਦੀ ਪਛਾਣ ਕੀਤੀ ਗਈ। ਇਹਨਾਂ ਵਿੱਚ ਫੰਡਿੰਗ ਵਿੱਚ ਘਾਟ, ਲੰਮੇ ਉਡੀਕ ਸਮੇਂ ਅਤੇ ਫਿਰ ਹਾਲਵੇ ਮੈਡੀਸਨ ਆਦਿ ਵਰਗੀਆਂ ਲੋੜਾਂ ਵੀ ਸ਼ਾਮਲ ਸਨ। ਨਾਲੇ ਤੁਹਾਨੂੰ ਦੱਸ ਦਈਏ ਕਿ ਇਸ ਮਤੇ ਵਿੱਚ ਹੈਲਥ ਕੇਅਰ ਸਿਸਟਮ ਮੁਹੱਈਆ ਕਰਵਾਉਣ ਵਾਲਿਆਂ ਤੋਂ ਫੌਰੀ ਤੌਰ ਤੇ ਇਸ ਪਾਸੇ ਕੁਝ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਜਨਵਰੀ 2020 ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਬਰੈਂਪਟਨ ਵਿੱਚ ਹੈਲਥ ਕੇਅਰ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਸਿਟੀ ਵਿੱਚ ਬਰੈਂਪਟਨ ਹੈਲਥ ਕੇਅਰ ਸਿਸਟਮ ਦੇ ਸਹਿਯੋਗ ਲਈ ਅਤੇ ਫਿਰ ਹੋਰ ਫੰਡਿੰਗ ਲਈ ਕਈ ਪਹਿਲ ਕਦਮੀਆਂ ਵੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸਿਟੀ ਵੱਲੋਂ ਇਸ ਸੰਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਫਿਰ ਸਮਰਥਨ ਹਾਸਲ ਕਰਨ ਲਈ ਬਰੈਂਪਟਨ ਹੈਲਥ ਕੇਅਰ ਲਈ ਐਡਵੋਕੇਸੀ ਕੈਂਪੇਨ ਵੀ ਚਲਾਈ ਜਾ ਰਹੀ ਹੈ। ontario ਦੇ ਪ੍ਰੀਮੀਅਰ ਡਗ ਫੋਰਡ ਨੇ ਬਰੈਂਪਟਨ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਬਰੈਂਪਟਨ ਦੀ ਆਊਟਸਟੈਂਡਿੰਗ ਟੀਮ ਨੇ ਕੋਰੋਨਾ ਮਹਾਮਾਰੀ ਦੌਰਾਨ ਬੇहद ਸ਼ਲਾਘਾਯੋਗ ਕੰਮ ਕੀਤਾ। ਉਹਨਾਂ ਵੀ ਕਿਹਾ ਕਿ ਮੈਡੀਕਲ ਅਤੇ ਫਿਰ ਪੈਰਾਮੈਡੀਕਲ ਟੀਮਾਂ ਨੇ ਇਸ ਦੌਰ ਤੇ ਖਾਸ ਤੌਰ ਤੇ ਆਪਣਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਬਰੈਂਪਟਨ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ $35 ਮਿਲੀਅਨ ਦਾ ਨਿਵੇਸ਼ ਕੀਤਾ ਜਾ ਚੁੱਕਿਆ ਤੇ ਤਕਰੀਬਨ $116.5 ਮਿਲੀਅਨ ਦਾ ਹੋਰ ਵੀ ਨਿਵੇਸ਼ ਕੀਤਾ ਜਾ ਰਿਹਾ ਹੈ। Thank you to all the doctors, nurses, PSWs, paramedics, and all the incredible health staff right here at William Osler Health. You've been true heroes over the past few months. My friends, throughout this pandemic, we've been there for the people of Brampton. That's why we provided almost $35 million through the Safe Restart Agreement to support Brampton's municipal services and transit. That's why we're investing in the all-new Huron-Ontario Light Rail Transit service for Brampton and Mississauga. And that's why we provided $64 million this year to Dr. Lawrence Lowe and his team at Peel Public Health to help hire 64 nurses for schools and support testing and contact tracing. And now, in the face of a second wave of COVID-19, we're fortifying the front lines of our healthcare system. It's why we're investing $2.8 billion in our COVID-19 fall preparedness plan, the most comprehensive and robust plan in the entire country. It's a plan that will add nearly 1,500 hospital beds, including 139 critical care beds, to ensure we have the capacity to care for patients and fight this deadly virus. But our government believes there's still more to do. Today, I am incredibly proud to announce we are investing another $116 million to further increase our hospital capacity. We're adding an additional 766 beds in hospitals and other healthcare settings across the province. That's over 2,200 additional beds being added in communities, large and small, urban and rural. ontario ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਉਹ ਉਹਨਾਂ ਫਰੰਟਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੇ ਨੇ ਜੋ ਕੋਰੋਨਾ ਕਾਲ ਦੇ ਦੌਰ ਵਿੱਚ ਆਪਣੀ ਡਿਊਟੀ ਤੇ ਡਟੇ ਰਹੇ। ਉਹਨਾਂ ਨੇ ਕਿਹਾ ਕਿ ਡਾਕਟਰਸ, ਨਰਸਿਸ ਅਤੇ ਹੋਰ ਮੈਡੀਕਲ ਸਟਾਫ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਜੋਖਮ ਤੋਂ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਐਲੀਅਟ ਨੇ ਇਹ ਵੀ ਕਿਹਾ ਕਿ ਇਸ ਕੰਮ ਲਈ ਉਹ ਵਧਾਈ ਦੇ ਪਾਤਰ ਨੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਹੈਲਥ ਕੇਅਰ ਨੂੰ ਹੋਰ ਸੁਚਾਰੂ ਬਣਾਉਣ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ। I would also like to thank the frontline staff and leadership team here at William Osler Health System for your heroic response to the COVID-19 pandemic.
Throughout these unprecedented times, our doctors, nurses, and healthcare workers have shown us the depth of their compassion and their commitment to protecting and keeping us safe. I want to extend my deepest appreciation to all the staff, physicians, nurses, and volunteers at William Osler for your tireless efforts to deliver exceptional care to patients. Thank you from all of us. Protecting the health and well-being of all Ontarians is our government's #1 priority. That's why we are making the necessary investments to build more capacity to support our hospitals, reduce wait times, and improve access to care for patients and families in response to COVID-19. Today's investment builds on our fall preparedness plan by creating up to 766 more beds in hospital and alternate health facilities. पंजाब सरकार ने बीते दिनी सूबे के 32 ਹਸਪਤਾਲਾਂ ਤੇ ਹੋਰ ਸਹੂਲਤਾਂ ਦੇਣ ਦੇ ਨਾਲ 766 ਹੋਰ ਬਿਸਤਰਿਆਂ ਲਈ $116 ਮਿਲੀਅਨ ਤੋਂ ਵੱਧ ਦੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਬ੍ਰੈਂਪਟਨ ਹਸਪਤਾਲ ਵਿੱਚ 41 ਨਵੇਂ ਬਿਸਤਰੇ ਅਤੇ ਈਟੋਬੀਕੋ ਹਸਪਤਾਲ ਵਿੱਚ ਨਵੇਂ 40 ਬੈੱਡ ਸ਼ਾਮਲ ਨੇ। ਪ੍ਰੀਮੀਅਰ ਡਗ ਫੋਰਡ ਵੱਲੋਂ ਸਿਹਤ ਮੰਤਰੀ ਕ੍ਰਿਸਟੀ ਐਲੀਅਟ ਅਤੇ ਵਿਲੀਅਮ ਔਸਲਰ ਹੈਲਥ ਦੇ CEO ਡਾਕਟਰ ਨਵੀਦ ਮੁਹੰਮਦ ਨਾਲ ਇੱਕ ਖਾਸ ਐਲਾਨ ਕੀਤਾ ਗਿਆ। ਦੂਜੇ ਪਾਸੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਐਲਾਨ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕਿਹਾ ਕਿ ਬ੍ਰੈਂਪਟਨ ਦੇ ਵਸਨੀਕਾਂ ਲਈ ਇਹ ਇੱਕ ਚੰਗੀ ਖਬਰ ਹੈ। These 41 new patient beds will help alleviate hallway medicine at Brampton Civic Hospital. I want to thank in particular Dr. Naveed Mohammed. ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦਾ ਕਹਿਣਾ ਹੈ ਕਿ ਬ੍ਰੈਂਪਟਨ ਦੇ ਹਸਪਤਾਲਾਂ ਵਿੱਚ ਬਿਸਤਰਿਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੋਵਿਡ ਦੇ ਪ੍ਰਭਾਵ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਹੈਲਥ ਕੇਅਰ ਸਿਸਟਮ ਦੀ ਕਾਰਜ ਪ੍ਰਣਾਲੀ ਨੂੰ ਹੋਰ ਵੀ ਸੁਚਾਰੂ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਅਤੇ ਨਾਲ ਹੀ ਟੈਸਟਿੰਗ ਵਧਾਉਣ ਲਈ ਵੀ ਟੈਸਟਿੰਗ ਪ੍ਰਕਿਰਿਆ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। These 41 new patient beds will help alleviate hallway medicine at Brampton Civic Hospital. I want to thank in particular Dr. Naveed Mohammed and his team of doctors, nurses, and staff for their efforts at providing exceptional care while dealing with one of the busiest ER departments in Ontario and including a high volume of patients requiring medical treatments. As well, William Osler is leading the province in COVID testing, having administered over 230,000 tests at their assessment centres. It's so important to recognize our healthcare heroes during this pandemic. And I should note, Dr. Mohammed not only runs the hospital, but he continues to serve as a physician. And we feel very fortunate to have someone of his caliber leading the charge here at Brampton Civic. ਟੋਰਾਂਟੋ ਵਿੱਚ ਭਾਰਤੀ ਕਾਉਂਸਲ ਦਫ਼ਤਰ ਦੇ ਸਟਾਫ ਵੱਲੋਂ ਭਾਰਤ ਦੇ ਪੈਨਸ਼ਨਰਸ ਨੂੰ ਹੁਣ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਅਪਾਇੰਟਮੈਂਟਸ ਰਾਹੀਂ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜੀ ਹਾਂ, ਖਾਸ ਗੱਲ ਇਹ ਵੀ ਹੈ ਕਿ ਇਸ ਸੇਵਾ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਏਗੀ, ਪਰ ਅਪਾਇੰਟਮੈਂਟ ਲੈਣਾ ਬੇहद ਜ਼ਰੂਰੀ ਹੋਏਗਾ। ਕੈਂਪ ਦੀ ਸ਼ੁਰੂਆਤ 1 ਨਵੰਬਰ ਨੂੰ ਮਿਸੀਸਾਗਾ ਵਿਖੇ ਹਿੰਦੂ ਹੈਰੀਟੇਜ ਸੈਂਟਰ ਤੋਂ ਕੀਤੀ ਜਾਏਗੀ, ਜਿੱਥੇ ਸਾਰਾ ਦਿਨ ਲਾਈਫ ਸਰਟੀਫਿਕੇਟ ਬਣਾਏ ਜਾਣਗੇ। ਬ੍ਰੈਂਪਟਨ ਸਥਿਤ BLS ਦਫ਼ਤਰ 2 ਨਵੰਬਰ ਤੋਂ 13 ਨਵੰਬਰ ਤੱਕ ਇਸ ਸੇਵਾ ਦਾ ਕੇਂਦਰ ਰਹੇਗਾ। 8 ਨਵੰਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵਿਖੇ ਵੀ ਕੈਂਪ ਲੱਗੇਗਾ। ਇਸੇ ਤਰ੍ਹਾਂ ਇਹ ਵਿਸ਼ੇਸ਼ ਕੈਂਪ ਬੁਲਿੰਗਟਨ ਵਿੱਚ 15 ਨਵੰਬਰ, ਕਿਚਨਰ ਵਿੱਚ 21 ਨਵੰਬਰ, ਸਕਾਰਬਰੋ ਵਿੱਚ 22 ਨਵੰਬਰ ਅਤੇ ਫਿਰ ਵਿਨੀਪੈਗ ਵਿੱਚ 7 ਨਵੰਬਰ ਨੂੰ ਲਗਾਏ ਜਾਣਗੇ। ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਵਿੱਚ ਸਿਡਨੀ ਸ਼ਹਿਰ ਦੇ ਇੱਕ ਸਕੂਲ ਨੂੰ ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾ ਦਿੱਤਾ ਗਿਆ। ਜੀ ਹਾਂ, ਜਿਸ ਨੇ NSW ਵਿੱਚ ਲਗਾਤਾਰ ਤੀਜੇ ਦਿਨ NSC ਦੀ ਪ੍ਰੀਖਿਆ ਵਿੱਚ ਵਿਘਨ ਪਾ ਦਿੱਤਾ। ਦਰਅਸਲ ਨਾਰਥ ਸਿਡਨੀ ਬॉयਜ਼ ਨੂੰ ਇੱਕ ਧਮਕੀ ਭਰਿਆ ਫੋਨ ਕਾਲ ਆਇਆ, ਜਿਸ ਤੋਂ ਬਾਅਦ ਸਕੂਲ ਨੇ ਆਪਣੀ ਪ੍ਰੀਖਿਆ ਦੇ ਵਿਚਾਲੇ 13 ਵਿਦਿਆਰਥੀਆਂ ਨੂੰ ਰੋਕ ਦਿੱਤਾ ਅਤੇ ਫਿਰ ਸੈਂਕੜੇ ਵਿਦਿਆਰਥੀਆਂ ਨੂੰ ਸਕੂਲ ਦਾ ਮੈਦਾਨ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਫੋਨ ਕਾਲ 20 ਤੋਂ ਵੱਧ ਸਿਡਨੀ ਹਾਈ ਸਕੂਲਾਂ ਅਤੇ ਫਿਰ ਤਕਰੀਬਨ 10 ਖੇਤਰੀ ਹਾਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜਣ ਤੋਂ ਬਾਅਦ ਆਇਆ। ਤੁਹਾਨੂੰ ਦੱਸ ਦਈਏ ਕਿ NSW ਪ੍ਰੀਮੀਅਰ ਗ੍ਰੇਡਰਸ ਨੇ ਕਿਹਾ ਕਿ ਸਕੂਲਾਂ ਨੂੰ ਭੇਜੀਆਂ ਗਈਆਂ ਧਮਕੀਆਂ ਪੂਰਬੀ ਯੂਰਪ ਤੋਂ ਆਈਆਂ ਨੇ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਕਮਿਸ਼ਨਰ ਧਮਕੀਆਂ ਦੇ ਸੰਬੰਧ ਵਿੱਚ ਆਸਟ੍ਰੇਲੀਆਈ ਪੁਲਿਸ ਅਤੇ ਹੋਰ ਅਥਾਰਟੀਜ਼ ਨਾਲ ਮਿਲ ਕੇ ਕੰਮ ਕਰ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਸਿਡਨੀ ਦੀ ਇਹ ਘਟਨਾ ਫੋਨ ਤੇ ਕੀਤੀ ਗਈ ਸੀ ਅਤੇ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਕਿਸੇ ਵਿਅਕਤੀ ਦੀ ਹੂਬਹੂ ਨਕਲ ਹੈ। This is criminal behaviour we're talking about here. It's very serious criminal offending. We cannot allow this sort of bastard behaviour to interrupt what I believe is to be the most important exam students will ever sit for. Many of those students were able to resume sitting the exam and no student will be disadvantaged. We do need to be more proactive to reduce the impact on these students. ਆਸਟ੍ਰੇਲੀਆ ਦੇ ਹਵਾਈ ਅੱਡਿਆਂ ਤੇ ਜਹਾਜ਼ਾਂ ਦੀ ਪਾਰਕਿੰਗ ਦੀ ਸਮੱਸਿਆ ਹੁਣ ਪੈਦਾ ਹੋ ਗਈ ਹੈ। ਜਿਹਾਂ ਹਵਾਈ ਅੱਡਿਆਂ ਨਾਲ ਲੱਗਦੇ ਏਸ਼ੀਆ ਪ੍ਰਸ਼ਾਂਤ ਜਹਾਜ਼ ਡਿਪੋ ਵਿੱਚ 100 ਤੋਂ ਵਧੇਰੇ ਜਹਾਜ਼ ਖੜੇ ਵਿਖਾਈ ਦੇ ਰਹੇ ਨੇ। ਹੁਣ ਇੱਥੇ ਹੋਰ ਜਹਾਜ਼ਾਂ ਨੂੰ ਖੜੇ ਕਰਨ ਦੀ ਥਾਂ ਹੀ ਨਹੀਂ ਬਚੀ।
ਅਸਲ ਵਿੱਚ ਕੋਰੋਨਾ ਸੰਕਟ ਦੇ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਨੇ। ਭਾਵੇਂ ਕਿ ਯੂਰਪ ਅਤੇ ਅਮਰੀਕਾ ਨੇ ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਹਵਾਈ ਯਾਤਰਾ ਸ਼ੁਰੂ ਜ਼ਰੂਰ ਕਰ ਦਿੱਤੀਆਂ ਨੇ। ਹਵਾਬਾਜ਼ੀ ਵਿਸ਼ਲੇਸ਼ਕ ਕੰਪਨੀ ਦੇ ਮੁਤਾਬਕ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਕੋਰੋਨਾ ਨਾਲ ਪਹਿਲਾਂ ਵਾਲੀ ਸਥਿਤੀ ਵਾਪਸ ਆ ਗਈ ਹੈ, ਜਿੱਥੇ ਰੋਜ਼ਾਨਾ ਘੱਟੋ-ਘੱਟ ਇੱਕ ਹਵਾਈ ਜਹਾਜ਼ ਉਡਾਣ ਜ਼ਰੂਰ ਭਰਦਾ ਹੈ। ਅੰਤਰਰਾਸ਼ਟਰੀ ਰੂਟਾਂ ਹਾਲਾਂ ਵੀ ਕਮਜ਼ੋਰ ਹੀ ਵਿਖਾਈ ਦੇ ਰਹੇ ਨੇ। ਅੰਤਰਰਾਸ਼ਟਰੀ 에ਅਰ ਟਰਾਂਸਪੋਰਟ ਐਸੋਸੀਏਸ਼ਨ ਨੇ ਪਿਛਲੇ ਮਹੀਨੇ 2020 ਦੇ ਲਈ ਆਪਣੀ ਟ੍ਰੈਫਿਕ ਤੇ ਪਹਿਲਾਂ ਤੋਂ ਲਗਾਏ ਗਏ ਅੰਦਾਜ਼ੇ ਵਿੱਚ ਗਿਰਾਵਟ ਦਰਜ ਕੀਤੀ, ਕਿਉਂਕਿ ਇਸ ਮਿਆਦ ਵਿੱਚ ਰਿਕਵਰੀ ਬੇहद ਘੱਟ ਹੋਈ ਹੈ। ਇਹ ਸਮੂਹ 290 에ਅਰਲਾਈਨਸ ਦੀ ਨੁਮਾਇੰਦਗੀ ਕਰਦਾ ਹੈ। ਵਿਸ਼ਲੇਸ਼ਕ ਕੰਪਨੀ ਵੱਲੋਂ ਜਾਰੀ ਡਾਟਾ ਦੇ ਮੁਤਾਬਕ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਹਾਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਭਾਵੇਂ ਕਿ ਅਲਾਇੰਸ ਸਪ੍ਰਿੰਗਸ ਵਿੱਚ ਜਹਾਜ਼ਾਂ ਦੀ ਗਿਣਤੀ ਜ਼ਰੂਰ ਵਧ ਰਹੀ ਹੈ। ਏਸ਼ੀਆ ਪ੍ਰਸ਼ਾਂਤ ਜਹਾਜ਼ ਡਿਪੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਹਾਜ਼ਾਂ ਨੂੰ ਪਾਰਕ ਕਰਕੇ ਰੱਖਣ ਦਾ ਵਿਚਾਰ ਲੰਬੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਮੰਨਿਆ ਵੀ ਜਾ ਰਿਹਾ ਹੈ ਕਿ 에ਅਰਲਾਈਨਸ ਉਦਯੋਗ ਦੇ ਲਈ ਬਹੁਤ ਖਤਰਨਾਕ ਸਥਿਤੀ ਬਣੀ ਹੋਈ ਹੈ, ਭਾਵੇਂ ਕਿ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਛੇਤੀ ਹੀ ਜਾਂ ਕੁਝ ਦਿਨਾਂ ਵਿੱਚ ਬਾਕੀ ਦੇ ਜਹਾਜ਼ਾਂ ਦਾ ਵੀ ਸੰਚਾਲਨ ਕੀਤਾ ਜਾਏਗਾ, ਪਰ ਮੌਜੂਦਾ ਸਮੇਂ ਵਿੱਚ ਜਹਾਜ਼ ਬਹੁਤ ਜ਼ਿਆਦਾ ਨੇ, ਇਸ ਲਈ ਪਾਰਕਿੰਗ ਅਤੇ ਦੇਖਭਾਲ ਦੇ ਲਈ ਜ਼ਿਆਦਾ ਵੱਡੀ ਥਾਂ ਦੀ ਲੋੜ ਜ਼ਰੂਰ ਪੈ ਸਕਦੀ ਹੈ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਭੇਜਣਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਸਾਡੇ ਈਮੇਲ ਰਾਹੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਤੁਸੀਂ ਨੋਟ ਕਰ ਸਕਦੇ ਹੋ, info@cktimetv.com। ਫਿਲਹਾਲ ਵਰਲਡ ਨਿਊਜ਼ ਵਿੱਚ ਬਸ ਨਹੀਂ, ਅਤੇ ਮੈਨੂੰ ਯਾਨੀ ਬਲੰਦਰ ਸਿੰਘ ਗੁਰਮਾਨੀ ਨੇ ਦਿਓ ਇਜਾਜ਼ਤ। ਧੰਨਵਾਦ।